ਇੰਡੀਆ ਜੋ ਬੱਚਾ ਹੁੰਦਾ ਨਾ ਉਹਨੂੰ ਸਿਰਫ ਦਿਖਦਾ ਕਿ ਮੈਂ ਇੱਕ ਰੋਜ਼ ਹੀ ਪਿਕਚਰ ਲੈ ਕੇ ਕੈਨੇਡਾ ਚੱਲਿਆ, ਉੱਥੇ ਪਤਾ ਨਹੀਂ ਕਿਹੜੀ ਦਰਖਤਾਂ ਤੇ ਡਾਲਰ ਲੱਗੇ ਨੇ ਜਿਹੜੇ ਮੈਂ ਪੁੱਟ ਕੇ ਇੰਡੀਆ ਭੇਜਦਾ ਨਾ। ਕਿੰਨੀ ਕੁ ਸੱਚਾਈ ਹੈ ਬੱਚੇ ਦੀ ਸੈਟਲਮੈਂਟ ਲੈ ਕੇ, ਕਿੰਨੀਆਂ ਗੱਲਾਂ ਬੱਚੇ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਬੀਇੰਗ ਅ ਸਟੂਡੈਂਟ ਇੰਡੀਆ ਤੋਂ ਪਹਿਲਾਂ। ਕਾਫੀ ਅਫਵਾਹਾਂ ਨੇ, ਰਿਊਮਰਸ ਨੇ ਤ੍ਰਿਵੇਦੀ ਸਾਹਿਬ ਕਿ ਕੈਨੇਡਾ 'ਚ ਕੰਮ ਨਹੀਂ ਮਿਲਦਾ, ਜੌਬਸ ਨਹੀਂ ਹੈਗੀਆਂ, ਬੱਚੇ ਇਸ ਟਾਈਮ ਮਤਲਬ ਉੱਥੇ ਅਨਐਮਪਲਾਇਡ ਨੇ, ਕਿੰਨੀ ਕੁ ਸੱਚਾਈ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ RS ਗਲੋਬਲ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਿਅਮ ਰਾਹੀਂ ਅੱਜ ਅਸੀਂ ਆਏ ਜੀ ਪੰਜਾਬੀਆਂ ਦੇ ਮਨਪਸੰਦ ਸ਼ਹਿਰ ਬਰੈਂਪਟਨ ਦੇ ਵਿੱਚ, ਬਰੈਂਪਟਨ 'ਚ ਡਾਊਨਟਾਊਨ ਦੇ ਵਿੱਚ ਬੀਟਾ ਕਾਲਜ। ਸੋ ਬੀਟਾ ਕਾਲਜ ਜਿਹੜਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੱਚਿਆਂ ਨੂੰ ਸਰਵਿਸ ਦੇ ਰਿਹਾ, ਪੜ੍ਹਾ ਰਿਹਾ, ਉਹਨਾਂ ਲਈ ਇੱਕ ਵਧੀਆ ਐਜੂਕੇਸ਼ਨ ਦਾ ਪਲੇਟਫਾਰਮ ਤਿਆਰ ਕਰ ਰਿਹਾ। ਸੋ ਅੱਜ ਬੀਟਾ ਕਾਲਜ ਅਸੀਂ ਉਹਨਾਂ ਦੇ ਡਾਇਰੈਕਟਰ ਮਿਸਟਰ ਕੁਨਾਲ ਤ੍ਰਿਵੇਦੀ ਨਾਲ ਤੋਂ ਗੱਲਬਾਤ ਕਰ ਰਹੇ ਸੀ ਆਫ ਦਾ ਰਿਕਾਰਡ। ਮੈਂ ਸੋਚਿਆ ਯਾਰ ਕਿਉਂ ਨਾ ਬੱਚਿਆਂ ਦੇ ਰੂਬਰੂ ਕੁਝ ਗੱਲਾਂ ਕੀਤੀਆਂ ਜਾਣ, ਬੱਚਿਆਂ ਨੂੰ ਕਿੰਨਾ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕੈਨੇਡਾ ਆਉਂਦੇ ਸਮੇਂ, ਡੂਜ਼ ਐਂਡ ਡੋਂਟਸ, ਕਿਹੜੀਆਂ ਗਲਤੀਆਂ ਕਰਕੇ ਬੱਚਾ ਇੱਥੇ ਮੁਸੀਬਤਾਂ 'ਚ ਫਸ ਜਾਂਦਾ, ਜੋ ਕਿ ਪਿੱਛੇ ਸੁਣਨ 'ਚ ਆਇਆ ਕਿ 700 ਸਟੂਡੈਂਟਸ ਡਿਪੋਰਟ ਹੋਣ ਦੇ ਕਿਨਾਰੇ ਪਹੁੰਚ ਚੁੱਕੇ ਸੀ। ਬੜੀ ਵੱਡੀ ਖਬਰ ਬਣੀ ਮੀਡੀਆ ਦੇ ਵਿੱਚ। ਸੋ ਅੱਜ ਅਸੀਂ ਡਾਇਰੈਕਟਰ ਬੀਟਾ ਕਾਲਜ ਦੇ ਕੋਲੋਂ ਕੁਝ ਗੱਲਾਂ ਕਰਾਂਗੇ ਜੋ ਬੱਚਿਆਂ ਦੇ ਫਾਇਦੇ ਲਈ ਹੋਣਗੀਆਂ। ਉਮੀਦ ਕਰਦਾ ਵੀਡੀਓ ਚੰਗੀ ਲੱਗੇਗੀ। ਜਿਹੜਾ ਸਟੂਡੈਂਟ ਕੈਨੇਡਾ 'ਚ ਪੜ੍ਹਨ ਆਉਣਾ ਚਾਹੁੰਦਾ, ਸਪੈਸ਼ਲੀ ਬਰੈਂਪਟਨ 'ਚ ਪੜ੍ਹਨ ਆਉਣਾ ਚਾਹੁੰਦਾ, ਕਿਹੜੀ ਗੱਲ ਦਾ ਖਿਆਲ ਰੱਖੇ, ਇਹ ਵੀਡੀਓ ਦੇਖਿਓ ਜ਼ਰੂਰ, ਚੰਗੀ ਲੱਗੇ ਤਾਂ ਸ਼ੇਅਰ ਕਰਿਓ। ਆਓ ਗੱਲਬਾਤ ਕਰਦੇ ਜੀ। ਸਤਿ ਸ਼੍ਰੀ ਅਕਾਲ ਜੀ। ਵੈਲਕਮ। ਸਤਿ ਸ਼੍ਰੀ ਅਕਾਲ, ਪਲੇਜ਼ਰ ਮੀਟਿੰਗ ਯੂ ਸਰ। ਥੈਂਕ ਯੂ ਜੀ। ਸੋ ਕੁਨਾਲ ਤ੍ਰਿਵੇਦੀ ਜੀ, ਬੜਾ ਵਧੀਆ ਲੱਗਾ ਤੁਹਾਡੇ ਕਾਲਜ 'ਚ ਆ ਕੇ। ਅੱਜ ਬੈਠੇ ਅਸੀਂ ਆਫ द रिकॉर्ड ਗੱਲਾਂ कर रहे थे। सो कुछ एक बातें मुझे ये जानी सबसे पहले कि बेटा कॉलेज कितने साल से बच्चों को सर्व कर रहा है एजुकेशन, एंड कौन कौन से प्रोग्राम इस कॉलेज में है? वंडरफुल। बीटा कॉलेज बिजनेस में पिछले 14 ईयर्स से है। 2009 में बीटा कॉलेज एस्टैब्लिश हुआ था। इनकी कमेंसमेंट 2009 से हुई है एंड हमारे पास मोर देन 13 प्रोग्राम्स हैं। वी गॉट कोर डिप्लोमा प्रोग्राम्स एंड वी गॉट पोस्ट ग्रेजुएट डिप्लोमा प्रोग्राम्स एज वेल। हमारा डिप्लोमा इन ग्लोबल सप्लाई चेन मैनेजमेंट प्रोग्राम जो है वो इंटरनेशनल बिजनेस यूनिवर्सिटी के साथ बैचलर्स डिग्री का पाथवे भी है। तो जो बच्चे यहाँ पे एलिजिबल होते हैं 3 ईयर के पोस्ट ग्रेजुएट वर्क परमिट के लिए, वो हमारे फर्स्ट स्टेज जो होता है वो बीटा कॉलेज में डिप्लोमा करता है। एंड देन सेकंड स्टेज वो इंटरनेशनल बिजनेस यूनिवर्सिटी में अपनी बैचलर्स डिग्री पा सकता है, जिससे उनको बैचलर्स डिग्री का भी बेनिफिट होते हैं। और दूसरी बात, उनको एक दे गेट एलिजिबल फॉर अ 3 इयर्स पोस्ट ग्रेजुएट वर्क परमिट एज वेल। सो ਜਿਵੇਂ ਕਿ ਬੜੀ ਵਧੀਆ ਗੱਲ ਕੀਤੀ ਇਹਨਾਂ ਨੇ। ਨੋਰਮਲੀ ਮੈਂ ਕਾਲਜਸ ਵਿਜ਼ਿਟ ਕਰਦਾ ਰਹਿਣਾ। ਸੋ ਹਰੇਕ ਕਾਲਜ ਵਿੱਚ 2, 3 ਮੈਕਸਿਮਮ 4 ਪ੍ਰੋਗਰਾਮ ਹੁੰਦੇ ਆ, ਬਿਜ਼ਨਸ, IT, ਹਸਪਿਟੈਲਿਟੀ ਜਾਂ ਕੋਈ ਸਪਲਾਈ ਚੇਨ ਮੈਨੇਜਮੈਂਟ। ਬਟ ਇਸ ਕਾਲਜ ਵਿੱਚ 14 ਪ੍ਰੋਗਰਾਮ ਅਵੇਲੇਬਲ ਆ, ਜਿਨ੍ਹਾਂ 'ਚ ਪੜ੍ਹ ਕੇ ਤੁਸੀਂ ਯੂਨੀਵਰਸਿਟੀ 'ਚ ਪਾਥਵੇ ਲੈ ਕੇ ਕੱਲ੍ਹ ਨੂੰ 3 ਸਾਲ ਦੇ पोस्ट ग्रेजुएट वर्क परमिट लेने के लिए एलिजिबल हो सकते हो। कितने कैंपस हैं बीटा कॉलेज के और कहाँ कहाँ कैंपस हैं? हमारे 2 कैंपस हैं। वी हैव 2 कैंपसेस। एक कैंपस जो है वो मेन कोर डाउनटाउन ब्रैम्पटन जहाँ पर आप खड़े हैं। दूसरा कैंपस है वो कोर डाउनटाउन मिसिसागा में है। वो एक हमारा बढ़िया लोकेशन है जो मिसिसागा जो GTA रीजन के स्टूडेंट्स को कैटर करता है। और एट द मोमेंट हाउ मेनी स्टूडेंट्स, पंजाब के कितने बच्चे आपके पास अभी पढ़ रहे हैं, या इंडियन कम्युनिटी कितने स्टूडेंट्स यहाँ पढ़ रहे हैं? इंडियन कम्युनिटी के अराउंड 80% ऑफ आवर स्टूडेंट्स आर फ्रॉम इंडिया। योर इंडियन कम्युनिटी से मेजॉरिटी ऑफ द स्टूडेंट्स आर फ्रॉम द स्टेट ऑफ पंजाब। कॉलेज अगर ब्रैम्पटन जाते फिर पंजाबियों की वो फेवरेट जगह कितने होंगे। सो वंडरफुल जी। ब्रैम्पटन ਦੇ ਵਿੱਚ ਕਾਲਜ ਹੈ ਤੇ ਫਿਰ ਪੰਜਾਬੀ ਸਟੂਡੈਂਟਸ ਸਭ ਤੋਂ ਜ਼ਿਆਦਾ ਹੋਣੇ ਤਾਂ ਬੜੀ ਨੈਚੁਰਲ ਸੁਭਾਵਿਕ ਗੱਲ ਸੀ। ਤੇ ਜੀ ਸਾਹਿਬ, ਜੋ ਅਸੀਂ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਜਦੋਂ ਅਸੀਂ ਬੈਠੇ ਸੀ ਕਾਫੀ ਤੇ, ਇੱਕ ਚੀਜ਼ ਦੇਖੀ ਸੁਣਨ ਨੂੰ ਕਿ ਬੱਚਾ ਇੱਕ ਵੱਡੀ ਵੱਡੀ ਰੋਜ਼ੀ ਪਿਕਚਰ ਲੈ ਕੇ, ਸੁਪਨੇ ਲੈ ਕੇ ਕੈਨੇਡਾ ਚਾਹੁੰਦਾ ਹੈ। ਜਿੰਨਾ ਕਿ ਮੈਂ ਅਬਜ਼ਰਵ ਕੀਤਾ ਬੀਇੰਗ ਅ ਕੰਸਲਟੈਂਟ, ਬਿਕੋਜ਼ ਆਮ ਆਲਸੋ ਫਰਮ ਲਾਸਟ 16 ਈਅਰਸ ਮੈਂ ਇਸ ਇੰਡਸਟਰੀ ਕੰਮ ਕਰ ਰਿਹਾ। ਤਾਂ ਬੱਚੇ ਨੂੰ ਸਿਰਫ ਇੰਡੀਆ 'ਚ ਬੈਠੇ, ਪੰਜਾਬ ਬੈਠੇ ਕੈਨੇਡਾ ਦਿਖਦਾ ਹੈ। ਕੈਨੇਡਾ 'ਚ ਟੋਰਾਂਟੋ, ਬਰੈਂਪਟਨ ਦਿਖਦਾ ਜਾਂ ਵੈਨਕੂਵਰ ਸਰੀ ਦਿਖਦਾ। ਜਦੋਂ ਸਟੂਡੈਂਟ ਕੈਨੇਡਾ ਆਉਣਾ ਚਾਹੁੰਦਾ, ਬੀਇੰਗ ਅ ਸਟੂਡੈਂਟ, ਉਹਨੂੰ ਕਿਹੜੀ ਕਿਹੜੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਡੂਜ਼ ਡੋਂਟਸ, ਤਾਂ ਕਿ ਉਹ ਇੱਥੇ ਆ ਕੇ ਮੁੜ ਕੇ ਜਿਹੜੀ, ਕਿਉਂਕਿ ਇੰਡੀਆ ਜੋ ਬੱਚਾ ਹੁੰਦਾ ਨਾ ਉਹਨੂੰ ਸਿਰਫ ਦਿਖਦਾ ਕਿ ਮੈਂ ਇੱਕ ਰੋਜ਼ ਹੀ ਪਿਕਚਰ ਲੈ ਕੇ ਕੈਨੇਡਾ ਚੱਲਿਆ, ਉੱਥੇ ਪਤਾ ਨਹੀਂ ਕਿਹੜੀ ਦਰਖਤਾਂ ਤੇ ਡਾਲਰ ਲੱਗੇ ਨੇ ਜਿਹੜੇ ਮੈਂ ਪੁੱਟ ਕੇ ਇੰਡੀਆ ਭੇਜ ਦਾਂਗਾ, ਜਾਂ ਕੋਈ ਲੇਕਸ ਜਾਂ ਨਹਿਰਾਂ ਵਗ ਰਹੀਆਂ ਨੇ ਡਾਲਰ ਦੀ ਜੋ ਬਾਲਟੀ ਭਰ ਕੇ ਇੰਡੀਆ ਭੇਜ ਦਾਂਗਾ। ਕਿੰਨੀ ਕੁ ਸੱਚਾਈ ਹੈ ਬੱਚੇ ਦੀ ਸੈਟਲਮੈਂਟ ਲੈ ਕੇ, ਕਿੰਨੀਆਂ ਗੱਲਾਂ ਬੱਚੇ ਨੂੰ खास ख्याल रखना चाहिए बीइंग अ स्टूडेंट इंडिया तो पहला? अमेजिंग, वेरी नाइस क्वेश्चन। आई थिंक ये क्वेश्चन सारे लोगों को, सारे बच्चों को और उनके पेरेंट्स को ये ध्यान रखना बहुत ही ज़रूरी है कि इनिशियल 2 से 3 साल जो होता है वो हर स्टूडेंट के लिए एक ही बहुत ही इम्पॉर्टेंट या डेलिकेट पीरियड हम इसको कहते हैं। बच्चों को कॉलेज के साथ, कोई भी कॉलेज में आप पढ़ते हो वहाँ पर यू हैव टू बी स्टेबल,
आप कॉलेजेस टू कॉलेजेस शिप जंप नहीं कर सकते, राइट। आप जितना जंप करोगे उतना ही प्रॉब्लम आपके लिए होता है। आपको इंग्लिश लैंग्वेज प्रोफिशिएंसी ये बहुत ही ज़रूरी है। द कंट्रीज फर्स्ट लैंग्वेज इज इंग्लिश, तो यहाँ पर आपको इंग्लिश की जानकारी होना, अगर आप इंग्लिश में कम्युनिकेट कर सकते हो, मैं तो सबसे प्राइमरी चीज़ यही बताता हूँ सारे स्टूडेंट्स को, उनके पेरेंट्स को, कि आप इंग्लिश में अगर आप यहाँ पर आते हैं, अगर आपको जॉब चाहिए, सबसे पहले स्टूडेंट को जॉब सिक्योरिटी होना ज़रूरी है। तो अगर आपको जॉब करना है, आपको अच्छी नौकरी करनी है, आपको आगे LMI या परमानेंट रेसिडेंसी की तरफ जाना है और अपने फ्यूचर को स्टेबलाइज करना है, कनाडा इज़ अ ब्रिलियंट कंट्री, बट इंग्लिश इज़ अ प्राइमरी लैंग्वेज जो आपको उसके ऊपर कंट्रोल होना बहुत ज़रूरी है। काफ़ी अफवाहां ने, र्यूमर्स ने त्रिवेदी साहब के कनाडा च काम नहीं मिलता, जॉब्स नहीं हैगियां, बच्चे इस टाइम मतलब उत्थे अनएम्प्लॉयड ने, कितनी सच्चाई है? बच्चे तकलीफ तो एक्सपीरियंस कर रहे हैं इस वक्त पे, एंड इट्स ये कनाडा का ही कंसेप्ट नहीं, ये ग्लोबल फिनोमेना है। यहाँ पर काफ़ी स्लो डाउन है अक्रॉस नॉर्थ अमेरिका एंड अक्रॉस द रेस्ट ऑफ द वर्ल्ड, राइट। देयर हैज बीन अ स्ट्रेस इन द इकोनॉमी राइट नाउ। हाउएवर, जो स्टूडेंट एलिजिबल है, जो स्टूडेंट कॉन्फिडेंट है, लैंग्वेज के ऊपर उसका कमांड है, उसके लिए राइट पर्सन के लिए राइट जॉब डेफिनेटली अवेलेबल है। देयर इज नो शॉर्टेज ऑफ जॉब्स। यहाँ पे लेबर की एक्चुअली शॉर्टेज है, लेकिन स्टूडेंट के लिए जॉब भी है, हाँ। बट आई थिंक स्टूडेंट्स को अपना जॉब खुद से ढूंढना चाहिए, रादर देन दे शुडंट बी फॉलिंग प्रे और यू नो टू द न्यूसेंस दैट इज देयर इन द मार्केट। अपने हिसाब से अपने स्कोप के हिसाब से, अपने स्टेटमेंट के हिसाब से, अपने CV के हिसाब से उनको जॉब मिलता ही मिलता है यहाँ पर। वंडरफुल, बहुत ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮੇਜਰ ਪੁਆਇੰਟ ਸੀ ਕਿ ਕਿਉਂਕਿ ਹੁਣ ਆਉਣ ਵਾਲੇ ਸਮੇਂ 'ਚ 10 ਅਗਸਤ ਤੋਂ ਬਾਅਦ ਰੂਲਸ ਚੇਂਜ ਹੋਣ ਜਾ ਰਹੇ ਨੇ। ਆਇਲਸ ਤੋਂ ਇਲਾਵਾ PT, ਸੈਲਪੀ, ਟੋਫਲ ਇਹ ਸਾਰੇ ਵੀ SGS ਕੈਟਾਗਰੀ 'ਚ ਆ ਜਾਣਗੇ। ਐਂਡ ਜਿੰਨਾ ਕਿ ਮੇਰਾ ਔਰ त्रिवेदी ਨਾਲ ਆਪਾਂ ਗੱਲ ਕਰ ਰਹੇ ਸੀ ਆਫ द रिकॉर्ड, सक्सेस रेट थोड़ा घटेगा। आपको लगता है कि 10 अगस्त के बाद थोड़ा सक्सेस रेट कम होगा बिकॉज नंबर ऑफ एप्लीकेशन बढ़ेगा? राइट, सो व्हाट हैपेंस हियर इज, बहुत अच्छा सवाल आपने यूज़ किया, आपने रेज किया है यहाँ पर, एंड उसके ऊपर मैं कहना चाहूँगा कि एप्लीकेशंस की क्वांटिटी बढ़ेगी तो डेफिनेटली टाइम पीरियड लंबा हो जाएगा, प्रोसेसिंग टाइम, एंड आई एम नॉट द राइट पर्सन टू से कि यहाँ पे रिजेक्शंस और सक्सेस कितने होंगे। डेफिनेटली देयर विल बी अ स्ट्रेस ऑन द सिस्टम, ऑन द इकोसिस्टम ऑफ the resources that the government deploys. So yes, so one has to be, you know, have patience, and what I can say is just I wish all the best to all the students, right? Okay, so ਜਦੋਂ ਵੀ ਤੁਸੀਂ ਆਪਦਾ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਦੋਸਤੋ, ਆਪਦੇ ਕੋਰਸ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦੇਣ ਦੀ ਲੋੜ ਹੈ। ਕਿਸ ਸਬਜੈਕਟ ਤੇ ਬੇਸ ਤੁਹਾਡਾ ਪ੍ਰੋਗਰਾਮ ਹੈ, ਤੁਹਾਡੇ ਉਸ ਸਬਜੈਕਟ ਚੋਂ ਪਰਸੈਂਟੇਜ ਕਿੰਨੀ ਹੈ, ਤੁਸੀਂ SOP 'ਚ ਕੀ ਲਿਖ ਰਹੇ ਹੋ, ਤੁਸੀਂ ਨੈਕਸਟ ਈਅਰ ਦੀ ਫੀਸ ਦਾ ਕੀ ਵੇਰਵਾ ਐਕਸਪਲੇਨੇਸ਼ਨ ਵੀਜ਼ਾ ਆਫਿਸਰ ਨੂੰ ਦੇ ਰਹੇ ਹੋ। ਕਿਉਂਕਿ ਆਉਣ ਵਾਲੇ ਸਮੇਂ 'ਚ ਜਿਵੇਂ ਅਸੀਂ ਹੁਣ ਗੱਲ ਕਰ ਰਹੇ ਸੀ ਕਿ ਐਪਲੀਕੇਸ਼ਨ ਦਾ ਨੰਬਰ ਵਧੇਗਾ, ਜਿੱਥੇ ਐਪਲੀਕੇਸ਼ਨ 10 ਲੱਖ ਲੱਗਦੀ ਸੀ ਸਾਲ ਦੀ, ਮੇਬੀ 15 ਲੱਖ ਲੱਗੇ ਜਾਂ 20 ਲੱਖ ਲੱਗੇ, ਬਟ ਵੀਜ਼ਾ ਕੋਟਾ 2.5 ਤੋਂ 3 ਲੱਖ ਹੀ ਰਹੇਗਾ, ਉਹ ਵੱਧ ਕੇ 6 ਲੱਖ ਨਹੀਂ ਹੋ ਜਾਣਾ। ਐਪਲੀਕੇਸ਼ਨ ਦਰਜ ਕਰਨਾ ਚਾਹੁੰਦੇ ਹੋ, ਇੱਕ ਰਾਈਟ ਗਾਈਡੈਂਸ ਚਾਹੁੰਦੇ ਹੋ, ਇੱਕ ਉਹ ਵਾਲੀ ਸਲਾਹ ਮਸ਼ਵਰਾ ਚਾਹੁੰਦੇ ਹੋ ਜੋ ਤੁਹਾਨੂੰ ਇੱਕ ਚੰਗਾ ਫਿਊਚਰ ਦੇ ਸਕੇ, ਤਾਂ ਸਕੂਲ ਦੀ ਟੀਮ ਨਾਲ ਜਲੰਧਰ, ਮੋਹਾਲੀ, ਬਠਿੰਡਾ, ਅੰਮ੍ਰਿਤਸਰ ਦਫ਼ਤਰਾਂ 'ਚ ਵਿਜ਼ਿਟ ਕੀਤਾ ਜਾ ਸਕਦਾ। ਟਾਈਮ ਟੂ ਟਾਈਮ ਆਪਣੀ ਵੀਡੀਓਜ਼ ਰਾਹੀਂ ਤੁਹਾਨੂੰ ਜਾਗਰੂਕ ਅਵੇਅਰ ਕਰਨ ਦੀ ਕੋਸ਼ਿਸ਼ ਕਰਦਾ ਰਹਿਣਾ। ਵੀਡੀਓ ਕਿਵੇਂ ਲੱਗੀ ਸਾਡੇ ਇਸ ਵੀਡੀਓ ਨੂੰ ਤੁਸੀਂ ਆਪਣੇ ਸੁਝਾਅ ਫੀਡਬੈਕ ਜ਼ਰੂਰ ਕਮੈਂਟ ਰੂਪ 'ਚ ਦੇ ਦਿਓ। ਨਵੀਂ ਵੀਡੀਓ ਲੈ ਕੇ ਫਿਰ ਰੂਬਰੂ ਹਾਜ਼ਰ ਹੋਊਗਾ, ਤਦ ਤੱਕ ਜੁੰਦੇ ਵਾਸਤੇ ਰੱਬ ਰੱਖਾ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਥੈਂਕ ਯੂ।